दैनिक सवेरा टीवी देख रहे सारे दर्शकों का मैं दर्शन सिंह खोखर स्वागत करदा। गल करांगे पंजाब दे चोण नतीजों बारे। 10 तरीक नूं पता लग जाएगा कि किहड़ी धिर ने बाजी मार लई है, पर इन्हां दिनां च हर पासे चर्चा ये चलदी है कि फलानी धिर ने जित जाना है जां फिर इत्थे खिचड़ी पक्केगी, हंग असैंबली बनेगी। की माहौल है पंजाब दा इन्हां दिनां च, ਇਹਦੇ ਬਾਰੇ ਗੱਲ ਕਰਾਂਗੇ ਸੀਨੀਅਰ ਪੱਤਰਕਾਰ ਅਜੇ ਭਾਰਦਵਾਜ ਨਾਲ। ਅਸੀਂ ਪਹਿਲਾਂ ਚੋਣਾਂ ਤੋਂ ਪਹਿਲਾਂ ਵੀ ਗੱਲਾਂ ਕਰਦੇ ਰਹੇ ਹਾਂ, ਬਾਅਦ ਵਿੱਚ ਹੁਣ ਦੇਖਦੇ ਹਾਂ ਇਹਨਾਂ ਕੋਲ ਕੀ ਫੀਡਬੈਕ ਪਹੁੰਚੀ ਆ। ਭਾਰਦਵਾਜ ਜੀ, ਕੀ ਫੀਡਬੈਕ ਆ ਤੁਹਾਡੇ ਕੋਲ ਪੰਜਾਬ ਦੇ ਚੋਣ ਨਤੀਜਿਆਂ ਨੂੰ ਲੈ ਕੇ? ਮੈਨੂੰ ਖੋਖਰ ਜੀ ਲੱਗਦਾ ਹੈ ਕਿ ਪੰਜਾਬ ਜਿਹੜਾ ਹੈਗਾ ਨਾ, ਇਹ ਹੰਗ ਅਸੈਂਬਲੀ ਦਾ ਮੈਨੂੰ ਜ਼ਿਆਦਾ ਅਸਰ ਲੱਗ ਰਿਹਾ। ਉਹਦਾ ਕਾਰਨ ਇੱਕ ਸਿੱਧਾ ਇਹ ਹੈ ਕਿ ਕੋਈ ਵੀ ਪਾਰਟੀ ਆਊਟਰਾਈਟ ਮੈਜੋਰਿਟੀ ਮੈਨੂੰ ਲੈਂਦੀ ਨਹੀਂ ਨਜ਼ਰ ਆ ਰਹੀ। ਇਹ ਸਾਰੇ ਜਿਹੜਾ ਸਮੀਕਰਨ ਬਣ ਰਿਹਾ ਉਹਦੇ 'ਚੋਂ ਆਪ ਜ਼ਰੂਰ ਸਾਰਿਆਂ ਨਾਲੋਂ ਅੱਗੇ ਹੈ, ਲੇਕਿਨ ਉਹ ਕਿੰਨੀ ਅੱਗੇ ਹੈ ਇਹ ਡਿਬੇਟੇਬਲ ਹੈ। ਇਹ ਸਾਰੀ ਜਿਹੜੀ ਅਸਮੰਜਸਤਾ ਹੈਗੀ ਹੈ, ਇਹਦਾ ਇੱਕ ਮੋਟਾ ਜਿਹਾ ਕਾਰਨ ਇਹ ਹੈ ਕਿ ਹਰ ਇੱਕ ਕੌਂਸਟੀਚੁਐਂਸੀ 'ਚ ਜ਼ਿਆਦਾ 4 ਕਾਰਨਰਡ ਕੰਟੈਸਟ ਸੀਗਾ ਜਾਂ 5 ਕਾਰਨਰਡ ਕੰਟੈਸਟ ਸੀ, ਅਤੇ ਨਾਲ ਕਿਸਾਨ ਵੀ ਖੜੇ ਸੀਗੇ। ਅਤੇ ਜੇ ਆਪਾਂ ਕਹਿ ਲਈਏ ਵੀ ਕਿਸਾਨ ਜਿੱਤਦੇ ਨੇ ਨਹੀਂ ਜਿੱਤਦੇ ਉਹ ਅਲੱਗ ਵਿਸ਼ੇ ਹੈ, ਲੇਕਿਨ ਕਿਸੇ ਵੀ ਕੌਂਸਟੀਚੁਐਂਸੀ ਜਿੱਥੇ ਉਹ ਖੜੇ ਨੇ, ਮੈਂ ਮੰਨ ਕੇ ਚੱਲਦਾ ਕਿ ਉਹ 1000 1200 1500 2000 ਆਪਣੀ ਸ਼ਕਤੀ ਦੇ ਅਨੁਸਾਰ ਵੋਟਾਂ ਲੈਣਗੇ। ਅੱਛਾ, ਉਹ ਤੋਂ ਬਾਅਦ ਫਿਰ 4 ਪਾਰਟੀਆਂ ਨੇ, ਕਾਂਗਰਸ ਹੈ, ਅਕਾਲੀ ਦਲ ਹੈ, ਬੀਜੇਪੀ ਹੈ ਅਤੇ ਆਪ ਹੈ। ਇਹ ਮੇਨ ਮੇਰੇ ਜਿਹੜੇ ਖਿੱਤੇ ਨੇ। ਅਤੇ ਜਦੋਂ ਇੰਨਾ ਮਲਟੀਪਲ ਕੰਟੈਸਟ ਹੋਵੇ, ਜਿਹੜਾ ਪੰਜਾਬ ਮੈਨੂੰ ਜੋ ਯਾਦ ਆ ਰਿਹਾ ਪਹਿਲੀ ਵਾਰ ਹੋ ਰਿਹਾ ਹੈ। ਅਦਰਵਾਈਜ਼ ਪੰਜਾਬ 'ਚ ਯਾਦ ਹੈ ਦੋ ਲੜਾਈ ਜਾਂ ਟਰਾਇੰਗਲ ਹੋਈ ਸੀ ਲਾਸਟ ਟਾਈਮ, ਕਿਉਂਕਿ ਆਪ ਇੱਕ ਨਵੀਂ ਪਾਰਟੀ ਉੱਭਰ ਕੇ ਆਈ ਸੀ। ਅਤੇ ਇਹ ਮੈਨੂੰ ਲੱਗ ਰਿਹਾ ਕਿ ਜਿਹੜਾ ਵੀ ਕੰਟੈਸਟ ਹੈਗਾ ਬਹੁਤ ਕਲੋਜ਼ ਕੰਟੈਸਟ ਹੈ, ਕਿਸੇ ਵੀ ਕੌਂਸਟੀਚੁਐਂਸੀ ਦਾ ਅਸੀਂ ਲੈਂਦੇ ਹਾਂ। ਅਤੇ ਜਿਹੜਾ ਜੇਤੂ ਮੈਨੂੰ ਲੱਗ ਰਿਹਾ ਹੈਗਾ ਕਿ ਉਹ 1200 1500 500 2000 ਇੰਨੇ ਮਾਰਜਨ 'ਤੇ ਮੈਨੂੰ ਲੱਗਦਾ ਹੈ ਕਿ 60-70% ਸੀਟਾਂ। ਇਹ ਠੀਕ ਹੈ ਵੀ ਮਾਰਜਨ ਘੱਟ ਰਹੇਗਾ, ਪਰ ਮੇਰੀ ਜੋ ਵੱਖ-ਵੱਖ ਵਰਗ ਦੇ ਲੋਕਾਂ ਨਾਲ ਗੱਲ ਹੋਈ ਆ, ਜਾਂ ਸਿੱਧੀ ਵੋਟ ਪਾ ਕੇ ਜਦੋਂ ਲੋਕ ਆਉਂਦੇ ਸੀ ਉਹਨਾਂ ਨਾਲ ਗੱਲ ਹੋਈ ਆ, ਉਹ ਕਹਿੰਦੇ ਸੀ ਕਿ ਝਾੜੂ ਵਾਲਿਆਂ ਦੀ ਸਰਕਾਰ ਬਣ ਜਾਏਗੀ, ਜਿਸ ਤੋਂ ਮੈਨੂੰ ਇਹ ਨਜ਼ਰ ਆ ਰਿਹਾ ਕਿ 65 ਤੋਂ 70 ਸੀਟਾਂ ਆਮ ਆਦਮੀ ਪਾਰਟੀ ਲਿਜਾ ਸਕਦੀ ਹੈ, ਅਤੇ 30 ਤੋਂ 35 ਅਕਾਲੀ ਦਲ, ਨਹੀਂ 30 ਤੋਂ 35 ਕਾਂਗਰਸ, 8-10 ਸੀਟਾਂ ਅਕਾਲੀ ਦਲ ਦੀ ਝੋਲੀ 'ਚ ਪੈ ਸਕਦੀਆਂ ਨੇ। ਬਾਕੀ 5-7 ਸੀਟਾਂ ਜਿਹੜੀਆਂ ਹੋਰ ਨੇ ਉਹ ਦੂਜੀਆਂ ਧਿਰਾਂ ਲੈ ਜਾਣਗੀਆਂ, ਜੋ ਮੋਟੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਲੋਕਾਂ ਨੇ ਤਬਦੀਲੀ ਦੇ ਨਾਂ 'ਤੇ ਵੋਟ ਪਾਈ ਹੈ। ਇਹ ਨਹੀਂ ਪਾਈ ਵੀ ਫਲਾਣੀ ਪਾਰਟੀ ਨੂੰ ਪਾ ਦਿਓ, ਇਹ ਪਾਈ ਆ ਵੀ ਇਸ ਵਾਰੀ ਤਬਦੀਲੀ ਕਰ ਦਿਓ। ਤਬਦੀਲੀ ਦਾ ਉਹਨਾਂ ਦੇ ਕਨਸੈਪਟ ਮਨ 'ਚ ਸੀ ਕਿ ਝਾੜੂ ਆਮ ਆਦਮੀ ਪਾਰਟੀ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਤਬਦੀਲੀ ਦਾ ਲੋਕ ਮਨ ਬਣਾ ਲੈਣ ਤਾਂ ਲੋਕ ਫਿਰ ਇੱਕ ਧਿਰ ਵੱਲ ਝੁਕ ਜਾਂਦੇ ਆ, ਇੱਕ ਵੇਵ ਬਣ ਜਾਂਦੀ ਹੈ? ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਾਂਗਾ ਰਿਸਪੈਕਟਫੁਲੀ। ਮੇਰਾ ਜਿਹੜਾ ਆਬਜ਼ਰਵੇਸ਼ਨ ਹੈ ਉਹ ਇਹ ਹੈ ਕਿ ਇੱਕ ਤਾਂ ਵੋਟ ਪਰਸੈਂਟੇਜ ਜਿਹੜੀ ਹੈ ਸਾਡੀ 72 ਦੇ ਆਲੇ ਦੁਆਲੇ ਹੈ, 72-73 ਵਟੇਵਰ, ਇੰਨੀ ਕੀ ਪਿਛਲੀ ਵਾਰ ਸੀ। ਅਤੇ ਜੇ ਆਪਾਂ ਇਹ ਮੰਨ ਕੇ ਚੱਲੀਏ ਕਿ ਸਾਰੀ ਸਟੇਟ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਬਦਲਾਵ ਚਾਹੁੰਦੇ ਹਾਂ, ਅਤੇ ਇਹ ਵੋਟਿੰਗ ਪਰਸੈਂਟੇਜ ਮੇਰੇ ਹਿਸਾਬ ਨਾਲ 80 ਤੱਕ ਜਾਣੀ ਚਾਹੀਦੀ ਸੀਗੀ ਜਾਂ 75 ਕ੍ਰਾਸ ਕਰਨੀ ਚਾਹੀਦੀ ਸੀ। ਅਸੀਂ ਜਿਸ ਦਿਨ ਵੋਟਿੰਗ ਹੋਈ ਹੈ ਉਸ ਦਿਨ ਦੇਖ ਰਹੇ ਸੀਗੇ ਵੀ 1:30 ਵਜੇ ਤੱਕ 3:30 ਵਜੇ ਤੱਕ ਵੀ 52-54% ਦੇ ਨੇੜੇ ਤੇੜੇ ਵੋਟਿੰਗ ਓਵਰਆਲ ਚੱਲ ਰਹੀ। ਕਈ ਹਲਕਿਆਂ ਮੈਨੂੰ ਇੱਕ ਵਾਰੀ ਆਪਣੀ ਗੱਲ ਤੇ ਪੂਰੀ ਕਰ ਲੈਂਦਾ ਨਾ, ਮੈਨੂੰ ਗੱਲ ਪੂਰੀ ਕਰ ਲੈਂਦਾ। ਜਦੋਂ ਹੁਣ ਪੂਰੀ ਵੋਟ ਬਣ ਕੇ ਆਈ ਹੈ, ਅਜੇ ਵੀ ਕਈ ਇਲਾਕੇ ਨੇ ਫਾਈਨਲੀ ਜਿੱਥੇ 55% ਵੋਟ ਹੈ, 57% ਵੋਟ ਹੈ। ਪਰ ਯੈਸ, ਕੋਈ ਇਲਾਕੇ ਹੈਗੇ ਨੇ ਮਾਲ ਵਿੱਚ, ਜਿਹੜਾ ਮਾਨਸਾ ਬੈਲਟ ਹੈਗੀ ਹੈ ਜਾਂ ਬਠਿੰਡਾ ਦਾ ਰੂਰਲ ਏਰੀਆ ਹੈਗਾ, ਜਿੱਥੇ 84-85% ਤੱਕ ਗਈ ਹੈ। ਉੱਥੇ ਮੈਨੂੰ ਸਮਝ ਆ ਰਿਹਾ ਵੀ ਜੋ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੇ ਲਾ ਕਰਦੇ ਹੋਏ ਵੋਟਾਂ ਪਾਈਆਂ ਨੇ, ਅਤੇ ਉੱਥੇ ਮੈਨੂੰ ਸਮਝ ਆ ਰਿਹਾ ਜਦੋਂ ਵੋਟਰ ਖੁਦ ਨੱਠ ਕੇ ਘਰੋਂ ਬਾਹਰ ਆਵੇ, ਉਦੋਂ ਫਿਰ ਇੱਕ ਉਹਦਾ ਮਨ ਕੀ ਹੈ, ਉਹਦੀ ਸਾਈਕੀ ਕੀ ਹੈ, ਉਹਦਾ ਥਾਟ ਕੀ ਹੈ, ਉਹ ਤੋਂ ਇੰਡੀਕੇਸ਼ਨ ਇੱਕ ਬਹੁਤ ਵੱਡੀ ਮਿਲਦੀ ਹੈ। ਵੋਟਿੰਗ ਪਰਸੈਂਟੇਜ ਓਵਰਆਲ ਜਿਹੜਾ ਪੰਜਾਬ ਦਾ ਹੈਗਾ ਉਹ ਲਗਭਗ ਉਨਾ ਹੀ ਹੈ ਜਿੰਨਾ ਪਿਛਲੀ ਵਾਰ ਸੀਗਾ। ਉਹਦੇ 'ਚ ਕੋਈ ਬਹੁਤ ਵੱਡਾ ਬਦਲਾਵ ਨਹੀਂ ਆਇਆ, ਬਲਕਿ ਸ਼ਹਿਰਾਂ 'ਚ ਜਿਹੜਾ ਵੋਟਿੰਗ ਪਰਸੈਂਟ ਹੈ ਉਹ ਘਟਿਆ ਅੱਗੇ ਨਾਲੋਂ। ਕਈ ਰੂਰਲ ਪਾਰਟਸ ਨੇ ਜਿੱਥੇ 85% ਤੱਕ ਗਿਆ, 87% ਤੱਕ ਗਿਆ, ਜਿਹਦੇ ਕਰਕੇ 55% ਉਹ ਲੈ ਕੇ ਉਹ ਐਵਰੇਜ ਜਿਹੜੀ ਉਹ 72-73 ਦੇ ਨੇੜੇ ਆਉਂਦੀ। ਕੁਝ ਸ਼ਹਿਰਾਂ 'ਚ 50% ਵੀ ਰਹੀ ਆ। ਉਹਦਾ ਮੈਨੂੰ ਕਾਰਨ ਨਜ਼ਰ ਇਹ ਆ ਰਿਹਾ ਕਿ ਬੀਜੇਪੀ ਦੀ ਜਿਹੜੀ ਕੱਟੜ ਵੋਟ ਸੀ, ਜਿਹਨੂੰ ਕਹਿੰਦੇ ਆ ਕਿ ਬੀਜੇਪੀ ਵਾਲੀ ਝੁਕਾਅ ਹੋਣਾ ਸੀ, ਉਹ ਲੋਕ ਬਾਹਰ ਨਹੀਂ ਨਿਕਲੇ ਕਿ ਬੀਜੇਪੀ ਇਸ ਵਾਰ ਜਿੱਤਣੀ ਤਾਂ ਹੈ ਨਹੀਂ, ਆਪਣੀ ਵੋਟ ਕਾਹਨੂੰ ਪਾਉਣੀ ਆ, ਕਾਹਨੂੰ ਖਰਾਬ ਕਰਨੀ ਆ। ਸ਼ਹਿਰਾਂ ਦੇ ਵਿੱਚ ਘੱਟ ਵੋਟ ਦਾ ਕਾਰਨ ਇਹ ਵੀ ਆ ਕਿ ਬੀਜੇਪੀ
ਪ੍ਰਤੀ ਲੋਕਾਂ ਦਾ ਹਜੇ ਰੁਝਾਨ ਨਹੀਂ ਬਣਿਆ। ਮੈਂ ਬਲਕਿ ਇਹ ਸੋਚਦਾ ਕਿ ਬੀਜੇਪੀ ਨੂੰ ਜੇ ਥੋੜਾ ਬਹੁਤ ਗੇਨ ਕੋਈ ਮਿਲੇਗਾ, ਕਿਉਂਕਿ ਬੀਜੇਪੀ ਨੇ ਲੜਾਈ ਬੜੀ ਲੇਟ ਸ਼ੁਰੂ ਕੀਤੀ ਹੈ। ਬੀਜੇਪੀ ਦੀ ਲੜਾਈ ਪੰਜਾਬ 'ਚ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿਸਾਨਾਂ ਦੇ ਬਿੱਲ ਵਾਪਸ ਹੋ ਜਾਂਦੇ ਨੇ, ਉਦੋਂ ਬੀਜੇਪੀ ਦਾ ਵਰਕਰ, ਬੀਜੇਪੀ ਦਾ ਲੀਡਰ ਘਰੋਂ ਬਾਹਰ ਨਿਕਲਿਆ। ਨਹੀਂ, ਉਦੋਂ ਬਾਅਦ ਦੇਰੀ ਨਾਲ, ਕਿਉਂਕਿ ਚੋਣ ਗੱਠਜੋੜ ਹੋਇਆ, ਗਿਣਤੀਆਂ ਮਿਣਤੀਆਂ ਚੱਲਦੀਆਂ ਸੀ, ਕਿਹੜੀ ਧਿਰ ਨੂੰ ਕਿੱਥੋਂ ਟਿਕਟ ਦਿੱਤੀ ਜਾਵੇ, ਉਦੋਂ ਵੀ ਕਾਫੀ ਮਹੀਨਾ ਡੇਢ ਮਹੀਨਾ ਦੇਰੀ ਨਾਲ ਹੋਇਆ ਬਿੱਲ, ਭਾਵੇਂ ਪਹਿਲਾਂ ਮੈਂ ਵਾਪਸ ਹੋ ਉਹੀ ਗਏ। ਗੱਲ ਕਰ ਰਿਹਾ, ਕੰਮ ਕਰਨਾ ਉਹਨਾਂ ਨੇ ਲੇਟ ਸ਼ੁਰੂ ਕੀਤਾ ਨਾ। ਲੜਾਈ ਦਾ ਮਤਲਬ ਇਹੀ ਹੁੰਦਾ ਹੈ ਵੀ ਜਦੋਂ ਮੈਂ ਤੁਹਾਨੂੰ ਕੈਂਡੀਡੇਟ ਬਣਾਣਾ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਲੋਕਾਂ ਦਾ ਗੁੱਸਾ ਸੱਜਰਾ ਸੀਗਾ। ਨਹੀਂ ਗੁੱਸੇ ਦੀ ਗੱਲ ਨਹੀਂ, ਐਕਚੁਅਲੀ ਗੱਲ ਮੋਟੀ ਜੀ ਇਹ ਹੈ ਕਿ ਬੀਜੇਪੀ ਦੀ ਲੜਾਈ ਬਹੁਤ ਲੇਟ ਸ਼ੁਰੂ ਹੋਈ ਹੈ, ਮੋਟੀ ਜੀ ਗੱਲ ਕਹਿ ਰਿਹਾ ਤੁਹਾਨੂੰ, ਠੀਕ ਹੈ। ਬਾਕੀ ਪਾਰਟੀਆਂ ਸ਼ੁਰੂ ਤੋਂ ਹੀ ਸੜਕਾਂ ਤੇ ਸੀਗੀਆਂ, ਸ਼ੁਰੂ ਤੋਂ ਹੀ ਆਪਣਾ ਅੰਦੋਲਨ ਚਲਾ ਰਹੀਆਂ ਸੀ। ਕਿਸਾਨਾਂ ਨੇ ਤੇ ਬਹੁਤ ਹੀ ਹਜੂਮ ਇਕੱਠਾ ਕੀਤਾ ਹੋਇਆ ਸੀਗਾ, ਤੇ ਕਿਸਾਨਾਂ ਨੂੰ ਵੀ ਜਿਸ ਤਰ੍ਹਾਂ ਦਾ ਐਕਸਪੈਕਟ ਅਸੀਂ ਕਰ ਰਹੇ ਸੀਗੇ ਕਿ ਪੰਜਵਾਂ ਧਿਰ ਬਣ ਕੇ ਪੰਜਾਬ ਦੀ ਰਾਜਨੀਤੀ 'ਚ ਨਿਕਲਣਗੇ, ਉਹ ਨਹੀਂ ਹੋਇਆ। ਤੇ ਇਹ ਸਾਰਾ ਸੀਨ ਜਿਹੜਾ ਮੈਨੂੰ ਹੁਣ ਲੱਗ ਰਿਹਾ, ਉਹਦੇ 'ਚ ਮੈਨੂੰ ਲੱਗਦਾ ਹੈ, ਜੇ ਤੁਸੀਂ ਵੀ ਗਿਣਤੀ ਦਾ ਹਿਸਾਬ ਦਿੱਤਾ ਹੈਗਾ, ਮੇਰੇ ਮੁਤਾਬਕ ਲੱਗਦਾ ਕਿ ਆਪ ਜਿਹੜੀ ਹੈਗੀ ਹੈ ਉਹ 50-55 ਦੇ ਵਿੱਚ ਰਹੇਗੀ, ਤੇ ਅਕਾਲੀ ਦਲ ਜਿਹੜੇ ਨੇ ਉਹ 30-35 ਦੇ ਨੇੜੇ ਤੇੜੇ ਰਹਿਣਗੇ, ਤੇ ਕਾਂਗਰਸ ਜਿਹੜੀ ਹੈਗੀ ਹੈ ਉਹ 25 ਦੇ 30 ਦੇ ਵਿੱਚ ਰਹੇਗੀ, ਤੇ ਜਿਹੜਾ ਬੀਜੇਪੀ ਦਾ ਜਿਹੜਾ ਹੈਗਾ ਗਰੁੱਪ ਉਹ 10 ਦੇ 12 ਦੇ ਨੇੜੇ ਤੇੜੇ ਟਿਕੇਗਾ। ਇਹ ਮੇਰਾ ਅਨੁਮਾਨ ਹੈਗਾ ਵੋਟਿੰਗ ਹੋਣ ਤੋਂ ਬਾਅਦ ਦਾ। ਹੁਣ ਇਹਦੇ 'ਚੋਂ ਸਰਪ੍ਰਾਈਜ਼ ਫੈਕਟਰ ਵੀ ਨਿਕਲ ਸਕਦਾ, ਜਿੱਥੇ ਮੈਂ ਕਹਿੰਦਾ ਕਿ 50-55 ਤੇ ਰਹੇਗੀ ਆਮ ਆਦਮੀ ਪਾਰਟੀ, ਉਹ ਹੋ ਸਕਦਾ 65 ਵੀ ਚਲੀ ਜਾਏ। ਇਹਦਾ ਕਾਰਨ ਇਹ ਹੈ ਮੋਟਾ ਕਿ ਵਿਕਟਰੀ ਦਾ ਜਿਹੜਾ ਮਾਰਜਨ ਹੈ ਉਹ ਬਹੁਤ ਥੋੜਾ ਹੈ। ਆਪ ਪਾਰਟੀ ਦੀ ਇੱਕ ਸ਼ਕਤੀ ਜ਼ਰੂਰ ਹੈਗੀ ਹੈ ਕਿ ਜਿਹੜੀ ਵੀ ਕਨਸਟੀਚੁਐਂਸੀ ਦੀ ਅਸੀਂ ਗੱਲ ਕਰਦੇ ਹਾਂ, ਉੱਥੇ ਜਿਹੜਾ ਟਕਵਾ ਮੁਕਾਬਲਾ ਹੈਗਾ ਉਹ ਜਾਂ ਅਕਾਲੀ ਦਲ ਦੇ ਆਪ ਦਾ ਹੈ, ਜਾਂ ਕਾਂਗਰਸ ਦੇ ਆਪ ਦਾ ਹੈ, ਜਾਂ ਬੀਜੇਪੀ ਦੇ ਆਪ ਦਾ ਹੈ। ਮੁੱਖ ਧਿਰ ਆਪਾਂ ਕਹਿ ਸਕਦੇ ਹਾਂ ਕਿ ਆਪ ਨਜ਼ਰ ਆ ਰਹੀ ਆ। ਪਰ ਹੁਣ ਸਾਰੇ ਕਾਸੇ 'ਚ ਜੇ ਆਪਾਂ ਹਿਸਾਬ ਕਿਤਾਬ ਲਾਉਂਦੇ ਆ, ਜਿਹੜੀਆਂ ਪਾਰਟੀਆਂ ਨੇ ਚੋਣ ਲੜੀ ਆ ਉਹਨਾਂ ਦੇ ਲੀਡਰ ਚਿੰਤਤ ਨੇ। ਹੁਣ ਕਈ ਤਾਂ ਇਹ ਚਰਚਾ ਕਰਨ ਲੱਗ ਪਏ ਨੇ ਕਿ ਖਿਚੜੀ ਸਰਕਾਰ ਜਦੋਂ ਬਣੇਗੀ ਤਾਂ ਕਿਹੜੀ ਧਿਰ ਨਾਲ ਹੱਥ ਮਿਲਾਇਆ ਜਾਵੇ। ਬੀਬੀ ਰਜਿੰਦਰ ਕੌਰ ਭੱਠਲ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ ਚੋਣ ਗੱਠਜੋੜ ਹੋ ਸਕਦਾ ਹੈ। ਚੋਣ ਗੱਠਜੋੜ ਨਹੀਂ, ਸਰਕਾਰ ਮਿਲ ਕੇ ਬਣਾ ਸਕਦੀ ਆ ਜਿਹੜੀ ਕਾਂਗਰਸ ਆਪ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਿਸਮਾ ਫਾਰਮ ਹਾਊਸ ਦੀ ਬੜੀ ਮਹੱਤਤਾ ਹੋਏਗੀ, ਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਕੋਲ ਵੀ ਕਾਫੀ ਸੀਟਾਂ ਜਾਣਗੀਆਂ, ਅਸੀਂ ਵੀ ਜੋੜ ਤੋੜ ਕਰ ਸਕਦੇ ਹਾਂ। ਤੇ ਕਾਂਗਰਸ ਵਾਲੇ ਜਿਹੜੇ ਨੇ ਉਹ ਵੀ ਸੋਚੀ ਪਏ ਹੋਏ ਨੇ। ਕਿਹਾ ਜਾ ਰਿਹਾ ਕਿ ਰਾਜਸਥਾਨ ਆਪਣੇ ਜਿਹੜੇ ਵਿਧਾਇਕਾਂ ਨੂੰ ਇਕੱਠਾ ਕਰਿਆ ਜਾਊਗਾ ਤਾਂ ਕਿ ਉਹਨਾਂ ਚੋਂ ਕੋਈ ਗਦਾਰੀ ਨਾ ਕਰ ਜੇ। ਤੁਹਾਨੂੰ ਕੀ ਨਜ਼ਰ ਆਉਂਦਾ ਕਿ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਕਾਫੀ ਵਧੀਆ ਹੋਈਆਂ ਨੇ? ਦੇਖੋ, ਜ਼ਾਹਿਰ ਹੈ ਚਿੰਤਾਵਾਂ ਇਸੇ ਕਰਕੇ ਵਧੀਆ ਨੇ ਕਿਉਂਕਿ ਕਿਸੇ 'ਚ ਕੌਨਫੀਡੈਂਸ ਨਹੀਂ ਆਗਾ ਕਿ ਸਰਕਾਰ ਬਣਾ ਲਾਂਗੇ। ਜੇ ਕਾਂਗਰਸ ਨੇ, ਜਿੱਦਾਂ ਅਖਬਾਰਾਂ ਦੀ ਰਿਪੋਰਟਸ ਕਹਿ ਰਹੀਆਂ ਨੇ ਕਿ 15 ਜਾਂ 20 MLA ਉਹਨਾਂ ਨੂੰ ਰਾਜਸਥਾਨ ਭੇਜਤਾ ਵਿਦ देयर ਫੈਮਿਲੀਜ਼, ਇਹਦਾ ਮਤਲਬ ਕਾਂਗਰਸ ਨੂੰ ਲੱਗਦਾ ਕਿ ਸਾਡੇ ਬੰਦੇ ਨਾ ਟੁੱਟ ਜਾਣ ਕਿਤੇ। ਤੇ ਜ਼ਾਹਿਰ ਹੈ ਜੇ 15-20-25 ਆਉਂਦੇ ਨੇ ਕਾਂਗਰਸ ਦੇ MLA ਤੇ ਜੇ ਉਹਨਾਂ 'ਚੋਂ 15 ਟੁੱਟ ਜਾਂਦੇ ਨੇ ਤੇ ਉਹਨਾਂ ਤੇ ਫਿਰ ਐਂਟੀ ਡਿਫੈਕਸ਼ਨ ਲਾਅ ਵੀ ਨਹੀਂ ਲੱਗਦਾ। ਬਿਲਕੁਲ। ਤੇ ਇਸ ਤਰ੍ਹਾਂ ਦੀ ਸਥਿਤੀ ਇਸੇ ਕਰਕੇ ਬਣੀ ਹੋਈ ਹੈ ਕਿਉਂਕਿ ਸਾਰੀ ਪਾਰਟੀਆਂ ਸੋਚ ਰਹੀਆਂ ਨੇ ਕਿ ਹੰਗ ਆਏਗੀ। ਹੰਗ ਆਉਣ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਨਵਾਂ ਚੈਪਟਰ ਮੈਨੂੰ ਲੱਗਦਾ ਸ਼ੁਰੂ ਹੋਏਗਾ। ਜੇ ਹੰਗ ਆਈ, ਇਹ ਹਜੇ ਇਸ ਵੇਲੇ ਦਾ ਅਨੁਮਾਨ ਹੈ, ਹੁਣ ਰੱਬ ਜਾਣੇ 10 ਤਰੀਕ ਦੀ ਸ਼ਾਮ ਨੂੰ ਕੀ ਫਾਈਨਲੀ ਕਿੱਦਾਂ ਕਿਤਾਬ ਖੁੱਲ੍ਹੇਗੀ। ਤੇ ਜੇ ਹੰਗ ਆਉਂਦੀ ਹੈ ਤੇ ਪੰਜਾਬ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਏਗਾ ਰਾਜਨੀਤੀ ਦਾ। ਕੀ ਪ੍ਰੈਜ਼ੀਡੈਂਟ ਰੂਲ ਚੱਲੇਗਾ 6 ਮਹੀਨੇ, ਕੀ ਨਵਾਂ ਗੱਠਜੋੜ ਬਣੇਗਾ, ਉਸ ਨਵੇਂ ਗੱਠਜੋੜ 'ਚ ਕੀ ਆਪ ਤੇ ਕਾਂਗਰਸ ਇਕੱਠੇ ਹੁੰਦੇ ਨੇ, ਕੀ ਆਪ ਤੇ ਅਕਾਲੀ ਦਲ ਇਕੱਠੇ ਹੁੰਦੇ ਨੇ, ਕਿਸ ਤਰ੍ਹਾਂ ਦਾ ਬਣੇਗਾ ਕੰਬੀਨੇਸ਼ਨ। ਇਹ ਪੰਜਾਬ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਤੇ ਮੈਂ ਇਹਨੂੰ ਥੋੜਾ ਜਿਹਾ ਮੰਦਭਾਗਾ ਵੀ ਸਮਝਦਾ। ਪਰ ਇਸ 'ਚ ਆਪ ਦੇ ਲੀਡਰਾਂ ਦਾ ਇੱਕ ਬਿਆਨ ਆਇਆ, ਹਰਪਾਲ ਸਿੰਘ ਚੀਮਾ ਦਾ ਮੈਂ ਬਿਆਨ ਪੜ੍ਹਿਆ। ਉਹ ਕਹਿੰਦੇ ਵੀ ਜਿਹੜੀ ਸਾਡੀ ਪਾਰਟੀ ਹੈ ਉਹ ਜੋੜ ਤੋੜ ਵਾਲੀ ਰਾਜਨੀਤੀ ਦੇ ਵਿੱਚ ਯਕੀਨ ਨਹੀਂ ਰੱਖਦੀ। ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਕੌਨਫੀਡੈਂਸ ਹੈ ਕਿ ਉਹ ਸਰਕਾਰ ਬਣਾਉਣ ਦੀ ਕਗਾਰ ਤੇ ਪਹੁੰਚ ਜਾਣਗੇ। ਨਹੀਂ, ਇਹਦਾ ਨਾਲ ਕੋਈ ਕੌਨਫੀਡੈਂਸ ਨਹੀਂ ਨਜ਼ਰ ਆਉਂਦਾ। ਤੁਸੀਂ ਜੋ ਮਤਲਬ ਇਹ ਨਾ ਮਤਲਬ ਕੱਢੀ, ਜਦੋਂ ਕਹਿੰਦੇ ਅਸੀਂ ਜੋੜ ਤੋੜ ਨਹੀਂ ਕਰਨਾ, ਕਾਂਗਰਸ ਨੇ ਇੱਕ ਹਤਾ ਵੱਡੀ ਲੀਡਰ ਸੀਨੀਅਰ ਲੀਡਰ ਕਿ ਉਹਨਾਂ ਨੇ ਜੋੜ ਤੋੜ ਚੰਡੀਗੜ੍ਹ 'ਚ ਵੀ ਨਹੀਂ ਕੀਤਾ ਨਾ। ਜੋੜ ਤੋੜ ਚੰਡੀਗੜ੍ਹ 'ਚ ਕਰਦੇ ਤੇ ਮੇਅਰ ਬਣਾ ਸਕਦੇ ਸੀਗੇ। ਜੋੜ ਤੋੜ ਦੀ ਰਾਜਨੀਤੀ ਨਹੀਂ ਕਰਦੇ, ਉਹ ਠੀਕ ਹੈ, ਉਹਨਾਂ ਦਾ ਅਸੂਲ ਹੈ। ਤੇ ਜੇ ਉਹਨਾਂ ਦਾ ਅਸੂਲ ਹੈਗਾ ਤੇ ਇਹਦੇ ਨਾਲ ਇਹ ਨਹੀਂ ਹੈ ਕਿ ਕੁਝ ਬਹੁਤ ਦਰਸਾ ਰਿਹਾ ਉਹ। ਇਹਦਾ ਸਿੰਪਲ ਜਿਹਾ ਮਤਲਬ ਇਹ ਹੈ, ਇਹ ਤਾਂ ਜਿਸ ਹੁਣ ਅਕਾਲੀ ਦਲ ਹੈ, ਸੁਖਬੀਰ ਬਾਦਲ ਹੋਰਾਂ ਨੇ ਕਈ ਵਾਰੀ ਕਿਹਾ ਕਿ ਅਸੀਂ ਗੱਠਜੋੜ ਨਹੀਂ ਕਰਨਾ, ਲੇਕਿਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਦਰੋਂ ਇੱਕ ਅੰਡਰਸਟੈਂਡਿੰਗ ਹੈਗੀ ਹੈ। ਜੇ ਨੰਬਰ ਕਿਤੇ ਨੇੜੇ ਤੇੜੇ ਪਹੁੰਚਦਾ ਹੈ
ਤੇ ਅਕਾਲੀ ਦਲ ਨੇ ਜੇ ਜੁੜੇ ਕਿਸੇ ਨਾਲ ਜੁੜੇ ਤੇ ਬੀਜੇਪੀ ਨਾਲ ਹੀ ਜੁੜਨਗੇ। ਹਾਲਾਂਕਿ ਬਿਫੋਰ ਇਲੈਕਸ਼ਨ ਸਾਰੀ ਪਾਰਟੀਆਂ ਦਾ ਜਿਹੜਾ ਬਿਆਨ ਹੁੰਦਾ ਨਾ ਉਹ ਵੋਟਰ ਲਈ ਹੁੰਦਾ ਹੈ, ਉਹ ਪੋਲੀਟੀਕਲ ਸਟੇਟਮੈਂਟ ਨਹੀਂ ਹੁੰਦਾ। ਪੋਲੀਟੀਕਲ ਜਿਹੜਾ ਗਿਆਨ ਹੈ, ਪੋਲੀਟੀਕਲ ਅਰਿਥਮੈਟਿਕ ਕੀ ਬਣੇਗਾ, ਪੋਲੀਟੀਕਲ ਗੇਮ ਪਲਾਨ ਕੀ ਬਣੇਗੀ, ਉਹ ਰਿਜ਼ਲਟ ਤੋਂ ਬਾਅਦ ਪਤਾ ਲੱਗਦਾ ਵੀ ਤੁਹਾਡੇ ਥੈਲੇ 'ਚ ਕਿੰਨੇ ਦਾਣੇ ਹੈਗੇ ਨੇ। ਪਰ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੰਜਾਬ ਮਾਡਲ ਦਾ ਜਿਹੜਾ ਸਿੱਕਾ ਉਹ ਨਹੀਂ ਚੱਲਿਆ। ਜਿਸ ਤਰ੍ਹਾਂ ਦਾ ਪ੍ਰਚਾਰ ਉਹ ਕਰਦੇ ਸੀ ਕਿ ਕਮਾਂਡ ਉਹਨਾਂ ਦੇ ਹੱਥ 'ਚ ਰਹੇਗੀ, ਚੰਨੀ ਨੂੰ ਸੀਐਮ ਐਲਾਨ ਕੇ ਕਾਂਗਰਸ ਨੇ ਉਹਦਾ ਆਪਣਾ ਹੀ ਨੁਕਸਾਨ ਕਰਤਾ ਮੈਨੂੰ ਜੋ ਨਜ਼ਰ ਆਉਂਦਾ ਹੈ। ਕਿਉਂਕਿ ਚੰਨੀ ਦੇ ਭਾਣਜੇ ਤੇ ਈਡੀ ਦੀ ਰੇਡ ਪੈ ਗਈ, ਲੋਕਾਂ ਨੂੰ ਲੱਗਿਆ ਕਿ ਇੱਧਰ ਵੋਟਾਂ ਪਾ ਕੇ ਨੁਕਸਾਨ ਹੋਏਗਾ। ਕਿਉਂਕਿ ਜਿਹੜੇ ਕਹਿੰਦੇ ਸੀ ਅਸੀਂ ਇਮਾਨਦਾਰ ਹਾਂ ਉਹਨਾਂ ਦੇ ਰਿਸ਼ਤੇਦਾਰ ਵੱਡੀਆਂ ਠੱਗੀਆਂ ਲਾਉਣ ਲੱਗ ਗਏ, ਇਹਦਾ ਕਾਂਗਰਸ ਨੂੰ ਨੁਕਸਾਨ ਹੋ ਗਿਆ। ਆਮ ਆਦਮੀ ਪਾਰਟੀ ਦੇ ਕੋਈ ਇੱਦਾਂ ਕੋਈ ਸਿੱਧੇ ਦੋਸ਼ ਨਹੀਂ ਸੀਗੇ, ਕੇਵਲ ਤੇ ਕੇਵਲ ਹੁਣ ਵੀ ਨਜ਼ਰ ਇਹ ਆਉਂਦਾ ਕਿ ਭਗਵੰਤ ਮਾਨ ਦੀ ਜਿਹੜੀ ਜਿੱਤ ਯਕੀਨੀ ਆ ਧੂਰੀ ਤੋਂ, ਹੋਰ ਵੱਡੇ ਲੀਡਰ ਦੀ ਜਿੱਤ ਯਕੀਨੀ ਕੋਈ ਨਜ਼ਰ ਨਹੀਂ ਆ ਰਹੀ। ਫਾਈਟ ਜ਼ਰੂਰ ਤਕੜੀ ਲੱਗਦੀ ਆ। ਉਹ ਤੋਂ ਵੀ ਇਹ ਲੱਗਦਾ ਲੋਕਾਂ ਨੇ, ਕਿਉਂਕਿ ਦੋ ਗੱਲਾਂ ਸੋਚੀਆਂ ਸੀ ਕਿ ਭਗਵੰਤ ਮਾਨ ਨੂੰ ਜਿਤਾ ਦਿਓ ਜੀ, ਝਾੜੂ ਨੂੰ ਜਿਤਾ ਦਿਓ। ਭਗਵੰਤ ਮਾਨ ਕਰਕੇ ਨੌਜਵਾਨਾਂ ਨੇ ਵੀ ਵੋਟ ਪਾਈ ਹੈ, ਉਹਦੇ ਰਿਜ਼ਲਟ ਠੀਕ ਆਪਾਂ ਵੇਟ ਕਰਾਂਗੇ ਕੀ ਹੋਏਗਾ। ਪਰ ਤਬਦੀਲੀ ਜਿਹੜੀ ਆ ਨਾ, ਜਦੋਂ ਮੈਂ ਪਹਿਲਾਂ ਵੀ ਆਪਾਂ ਕੀਤੀ ਸੀ ਗੱਲ ਕਿ ਤਬਦੀਲੀ ਕਾਰਨ ਜਿਹੜੀ ਵੋਟ ਪਈ ਆ, ਕਹਿੰਦੇ ਵੀ ਅਕਾਲੀ ਵੀ ਲੁੱਟ ਕੇ ਖਾ ਗਏ, ਕਾਂਗਰਸ ਵੀ ਪੰਜਾਬ ਨੂੰ ਲੁੱਟ ਕੇ ਖਾ ਗਈ, ਇੱਕ ਮੌਕਾ ਇਹਨਾਂ ਨੂੰ ਦੇ ਦਿਓ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਲੋਕਾਂ ਦਾ ਮਨ ਇਦਾਂ ਬਣ ਗਿਆ? ਆਪਾਂ ਜਦੋਂ ਗੱਲ ਸ਼ੁਰੂ ਵੀ ਕੀਤੀ ਸੀ ਉਦੋਂ ਵੀ ਆਪਾਂ ਇਸੇ ਨੈਰੇਟਿਵ ਨਾਲ ਸ਼ੁਰੂ ਕੀਤੀ ਸੀ, ਤੇ ਮੈਂ ਤੁਹਾਡੇ ਨਾਲ ਰਿਸਪੈਕਟਫੁਲੀ ਡਿਸਐਗਰੀ ਕਰਦਾ। ਪਰ ਤੁਸੀਂ ਇੱਥੇ ਤਾਂ ਮੰਨ ਗਏ ਨਾ ਵੀ ਹੋ ਸਕਦਾ ਪੰਜਾਬ ਵੀ ਲੈ ਜਾਣ, ਇੱਥੇ ਤਾਂ ਪਹੁੰਚ ਗਏ ਤੁਸੀਂ ਕਹਿ ਰਹੇ ਹੋ ਮੇਰਾ ਪਹੁੰਚਣਾ ਨਹੀਂ ਹੈਗਾ। ਇਹ ਆਪਾਂ ਡਿਸਕਸ਼ਨ ਕਰ ਰਹੇ ਹਾਂ, ਹੋ ਸਕਦਾ। ਹਾਂ, ਇਹ ਆਪਾਂ ਡਿਸਕਸ਼ਨ ਕਰ ਰਹੇ ਹਾਂ। 65 ਤੱਕ ਇਸ ਕਰਕੇ ਹੋ ਸਕਦਾ ਹੈ ਕਿਉਂਕਿ ਵਿਕਟਰੀ ਦਾ ਮਾਰਜਨ, ਮੈਂ ਜੋ ਕਹਿਣਾ ਚਾਹ ਰਿਹਾ ਨਾ ਉਹਨੂੰ ਸਮਝੋ, ਉਹ ਤੋਂ ਅੱਗੇ ਨੈਰੇਟਿਵ ਬਣਾਈਏ ਆਪਾਂ। ਹੁਣ ਆਪਾਂ ਵਾਪਸ ਉਸੇ ਗੱਲ ਤੇ ਆ ਗਏ ਹਾਂ ਜਿੱਥੋਂ ਸ਼ੁਰੂ ਕੀਤਾ ਸੀ। ਬਿਲਕੁਲ ਠੀਕ ਹੈ ਨਾ। ਤੁਸੀਂ ਕਹਿ ਰਹੇ ਹੋ ਵੀ ਬੜਾ ਸਟੇਟ ਦੇ ਅੰਦਰ ਭਾਵ ਸੀਗਾ ਕਿ ਬਦਲਾਵ ਲਿਆਣਾ। ਮੈਂ ਤੁਹਾਨੂੰ ਆਰਗੂ ਕੀਤਾ ਕਿ ਉਹ ਬਦਲਾਵ ਦਾ ਭਾਵ ਜੇ ਹੁੰਦਾ ਤੇ VOTING ਪਰਸੈਂਟੇਜ 72 ਤੋਂ 80 ਹੋਣੀ ਸੀ। ਉਹ ਗੱਲ ਖਤਮ ਹੋ ਗਈ। ਗੱਲ ਖਤਮ ਹੋ ਗਈ ਨਾ ਗੱਲ। ਹੁਣ ਆਪਾਂ ਨਵੀਂ ਗੱਲ ਇਹ ਕਰੀਏ ਕਿ ਪੰਜਾਬ ਦਾ ਜਿਹੜਾ ਨਵਾਂ ਅਧਿਆਇ ਸ਼ੁਰੂ ਹੋਏਗਾ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕਾਂਗਰਸ ਨੇ ਨੁਕਸਾਨ ਕੀਤਾ ਆਪਣਾ, ਕਾਂਗਰਸ ਨੇ ਡੈਫੀਨੇਟਲੀ ਨੁਕਸਾਨ ਕੀਤਾ। ਕਾਂਗਰਸ ਦੇ ਸਾਰੇ MP ਜਿਹੜੇ ਸੀਗੇ ਉਹ ਨਾਲ ਨਹੀਂ ਤੁਰੇ। ਕਾਂਗਰਸ ਨੇ ਅਲਾਉ ਕੀਤਾ ਆਪਣੇ ਹੀ ਲੀਡਰਾਂ ਨੂੰ, ਆਪਣੇ ਪਰਿਵਾਰ ਦੇ ਬੰਦੇ ਦੂਜੀ ਕੌਂਸਟੀਚੁਐਂਸੀ 'ਚ ਖੜੇ ਕਰਨ ਦੇ। ਕਪੂਰਥਲਾ ਐਗਜ਼ਾਮਪਲ ਹੈ, CM ਸਾਹਿਬ ਖੁਦ ਐਗਜ਼ਾਮਪਲ ਨੇ, ਡਿੰਪਾ ਸਾਹਿਬ ਐਗਜ਼ਾਮਪਲ ਨੇ। ਇੱਦਾਂ ਦੀਆਂ 5-7 ਐਗਜ਼ਾਮਪਲਸ ਹੈਗੀਆਂ ਨੇ ਜਿੱਥੇ ਕਿ ਕਾਂਗਰਸ ਨੇ ਅਲਾਉ ਕੀਤਾ ਤੇ ਡਿਸਪਲਿਨਰੀ ਐਕਸ਼ਨ ਨਹੀਂ ਲਿਆ। ਕਾਂਗਰਸ ਨੇ ਇਹ ਵੀ ਅਲਾਉ ਕੀਤਾ ਕਿ ਸਿੱਧੂ ਸਾਹਿਬ ਆਪਣਾ ਮਾਡਲ ਦੀ ਗੱਲ ਕਰਦੇ ਰਹਿਣ, ਲੇਕਿਨ ਸਿੱਧੂ ਸਾਹਿਬ ਨੂੰ ਅਸੀਂ ਸਟਾਰ ਕੈਂਪੇਨਰ ਨਹੀਂ ਬਣਾਇਆ। ਅਸੀਂ ਸਿੱਧੂ ਸਾਹਿਬ ਨੂੰ ਉਹਨਾਂ ਦੀ ਕੌਂਸਟੀਚੁਐਂਸੀ ਤੱਕ ਹੀ ਰੱਖਿਆ। ਉਹ ਜੇ ਮਾਡਲ ਦੀ ਕੋਈ ਗੱਲ ਕਰਦੇ ਸੀ ਉਹਦੀ ਐਂਡੋਰਸਮੈਂਟ ਚੰਨੀ ਸਾਹਿਬ ਨੇ ਸੀ ਕਰਦੇ। ਇਹਦੇ ਮੁਕਾਬਲੇ ਆਪਾਂ ਅਕਾਲੀਆਂ ਦੀ ਵੀ ਗੱਲ ਕਰ ਲਈਏ, ਅਕਾਲੀਆਂ ਦੇ ਪ੍ਰਤੀ ਲੋਕਾਂ ਦਾ ਇਸ ਵਾਰੀ ਪਤਾ ਨਹੀਂ ਕਿਉਂ ਨਹੀਂ ਝੁਕਾਅ ਬਣ ਸਕਿਆ। ਇਹਦੇ ਕਾਰਨ ਚਲੋ ਉਹ ਆਪੇ ਸੋਚਣਗੇ, ਪਰ ਉਸ ਲੈਵਲ ਦੀ ਜਿਵੇਂ ਪਹਿਲਾਂ ਫਾਈਟ ਦਿੱਤੀ, ਉਦੋਂ ਪਹਿਲਾਂ 10 ਸਾਲ ਸਰਕਾਰ ਰਹੀ, ਉਸ ਲੈਵਲ ਤੇ ਅਕਾਲੀ ਦਲ ਨਹੀਂ ਪਹੁੰਚ ਸਕਿਆ। ਜਿਹਦਾ ਨੁਕਸਾਨ ਅਕਾਲੀ ਦਲ ਨੂੰ ਹੋਏਗਾ ਉਹਦਾ ਫਾਇਦਾ ਕਿਹਨੂੰ ਹੋਣਾ, ਇਹ ਤੁਸੀਂ ਵਿਸ਼ਲੇਸ਼ਣ ਕਰ ਸਕਦੇ। ਮੈਂ ਨਹੀਂ ਮੰਨਦਾ ਕਿ ਅਕਾਲੀ ਦਲ ਨੂੰ ਫਾਇਦਾ ਨਹੀਂ ਹੋਇਆ ਹੋਵੇਗਾ। ਅਕਾਲੀ ਦਲ ਨੇ ਜਿੰਨਾ ਵੀ ਅਕਾਲੀ ਦਲ ਦਾ ਰਾਜਨੀਤਿਕ ਇਤਿਹਾਸ ਹੈਗਾ 92 ਤੋਂ ਬਾਅਦ ਦਾ, 92 ਤੇ ਖੈਰ ਇਲੈਕਸ਼ਨ ਨਹੀਂ ਲੜੇ, 97 ਤੋਂ ਬਾਅਦ ਕਹਿ ਲਈਏ ਜਾਂ 95 ਤੋਂ ਬਾਅਦ ਕਹਿ ਲਈਏ, ਕਿਉਂਕਿ 95 'ਚ ਇਹਨਾਂ ਨੇ ਪਾਰਲੀਮੈਂਟ ਇਲੈਕਸ਼ਨ 'ਚ ਜੰਪ ਕੀਤਾ ਸੀਗਾ। ਉਹ ਤੋਂ ਬਾਅਦ ਦੀ ਲਾਸਟ ਇਲੈਕਸ਼ਨ ਜਿਹੜਾ 2017 ਦਾ ਸੀਗਾ, ਅਕਾਲੀ ਦਲ ਦੀ ਸਭ ਤੋਂ ਜ਼ਿਆਦਾ ਵਰਸਟ ਪਰਫਾਰਮੈਂਸ ਰਹੀ ਹੈ। ਹਾਲਾਂਕਿ ਵੋਟ ਪਰਸੈਂਟੇਜ ਬਹੁਤਾ ਨਹੀਂ ਗਿਰਿਆ, ਲੇਕਿਨ ਨੰਬਰ ਆਫ ਸੀਟ ਜਿਹੜਾ ਸੀਗਾ ਇਟ ਕੇਮ ਲੋਐਸਟ। ਤੇ ਮੈਂ ਐਤਕੀ ਇਹ ਮੰਨ ਕੇ ਚੱਲਦਾ ਕਿ ਅਕਾਲੀ ਦਲ ਨੇ ਆਪਣੀ ਪੋਜੀਸ਼ਨ ਕੰਸੋਲੀਡੇਟ ਕੀਤੀ ਹੈ, ਆਪਣੀ ਪੋਜੀਸ਼ਨ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਕੀਤੀ ਹੈ। ਉਹਦੇ ਦੋ ਕਾਰਨ ਮੈਂ ਤੁਹਾਨੂੰ ਸਪਸ਼ਟ ਦੱਸ ਦਿੰਦਾ ਕਿ ਜਿਹੜਾ ਅਕਾਲੀ ਦਲ ਇੱਕ ਐਲੀਗੇਸ਼ਨ ਫੇਸ ਕਰ ਰਹੀ ਸੀਗੀ ਸੈਕਰੇਲੇਜ ਨੂੰ ਲੈ ਕੇ, ਦੂਜਾ ਅਕਾਲੀ ਦਲ ਫੇਸ ਕਰ ਰਹੀ ਸੀ ਡਰੱਗਸ ਨੂੰ ਲੈ ਕੇ। ਇਹ ਦੋਨੋਂ ਹੀ ਇਸ਼ੂ ਜਿਹੜੇ ਨੇ ਇਲੈਕਸ਼ਨ 'ਚ ਕਿਤੇ ਨਜ਼ਰ ਨਹੀਂ ਆਏ। ਇਹਨਾਂ ਦੋਨਾਂ ਇਸ਼ੂਆਂ ਕਰਕੇ ਕੋਈ ਇਲੈਕਸ਼ਨ ਦਾ ਇੱਕ ਨੈਰੇਟਿਵ ਨਹੀਂ ਬਣਿਆ। ਇਹਦੇ ਨਾਲੋਂ ਇੱਕ ਮੋਟਾ ਜਿਹਾ ਸਿਗਨਲ ਜੋ ਮੈਨੂੰ ਸਮਝ ਆਉਂਦਾ ਇਹ ਮਿਲਦਾ ਹੈ ਕਿ ਅਕਾਲੀ ਦਲ ਦੇ ਪ੍ਰਤੀ ਜੋ 2017 ਦੇ ਇਲੈਕਸ਼ਨ 'ਚ ਲੋਕਾਂ 'ਚ ਰੋਸ਼ ਸੀਗਾ ਕਿ ਇਹ ਪਾਰਟੀ ਡਰੱਗਸ ਦੀ ਹੈ, ਇਹ ਪਾਰਟੀ ਇਸ ਤਰ੍ਹਾਂ ਸੈਕਰੇਲੇਜ ਹੈਂਡ ਇਨ ਗਲਵ ਹੈ ਐਂਡ ਆਲ ਦੋਜ਼ ਕਾਈਂਡ ਆਫ ਥਿੰਗਸ, ਤੇ ਉਹ ਸਾਰਾ ਇਸ ਇਲੈਕਸ਼ਨ 'ਚ ਇਸ਼ੂ ਕਿਤੇ ਨਹੀਂ ਬਣਦੇ ਨਜ਼ਰ ਆਏ। ਤੇ ਉਹਦੇ ਕਰਕੇ ਮੈਨੂੰ ਲੱਗਦਾ ਹੈ ਵੀ ਅਕਾਲੀ ਦਲ ਵਿਲ ਪਰਫਾਰਮ ਬੈਟਰ ਦੈਨ ਦ ਲਾਸਟ ਟਾਈਮ ਐਂਡ ਇਟ ਸ਼ੁੱਡ ਕਮ ਕਲੋਜ਼ ਟੂ 30 to 35। ਪਰ ਮੈਨੂੰ ਇਹ ਲੱਗਦਾ ਵੀ ਪਿਛਲੀਆਂ ਜਦੋਂ ਵਿਧਾਨ ਸਭਾ ਚੋਣਾਂ ਸੀ ਉਦੋਂ ਅਕਾਲੀ ਦਲ ਵੱਡੀ ਧਿਰ ਸੀ, ਤਾਂ ਕਰਕੇ ਰੋਸ ਪੈਦਾ ਹੋ ਗਿਆ ਸੀ ਲੋਕਾਂ ਦੇ ਵਿੱਚ। ਲੋਕ ਹਰਾਉਣਾ ਚਾਹੁੰਦੇ ਸੀ, ਪੰਥਕ ਮੁੱਦਾ ਭਾਰੂ ਸੀ। ਇਸ ਵਾਰੀ ਲੋਕਾਂ ਨੂੰ ਲੱਗਿਆ ਕਿ ਇਹ ਵੱਡੀ ਧਿਰ ਹੈ ਨਹੀਂ, ਜਿਸ ਕਾਰਨ
ਉਸ ਲੈਵਲ ਤੇ ਰੋਸ ਨਹੀਂ ਪੈਦਾ ਹੋਇਆ। ਜਿਹੜੀ ਚਿਰ ਵੱਡੀ ਹੋ ਰੋਸ ਵੀ ਉਹਦੇ ਨਾਲ ਹੀ ਹੋਊ ਨਾ ਜੀ। ਮੈਂ ਇਸ ਨਜ਼ਰੀਏ ਤੋਂ ਦੇਖ ਨਹੀਂ, ਤੁਸੀਂ ਨਜ਼ਰੀਆ ਤੁਹਾਡਾ ਆਪਣੀ ਜਗ੍ਹਾ ਠੀਕ ਹੈ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਇਸ ਪੁਆਇੰਟ ਤੇ ਵੀ ਨਹੀਂ ਕਰਦਾ, ਕਿਉਂਕਿ ਜਿਹੜੇ ਪਿਛਲੇ ਇਲੈਕਸ਼ਨ 'ਚ ਕੈਪਟਨ ਅਮਰਿੰਦਰ ਜਿੱਤੇ ਸੀਗੇ ਉਹਦੇ 'ਚ ਜਦੋਂ ਅਸੀਂ ਬਾਅਦ 'ਚ ਐਨਾਲਾਈਜ਼ ਕੀਤਾ 2017 ਦੇ ਇਲੈਕਸ਼ਨ, ਉਹਦੇ 'ਚ ਇਹ ਆਇਆ ਸੀ ਕਿ ਬੀਜੇਪੀ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਨੇ, ਅਕਾਲੀ ਦਲ ਨੇ ਸੀ ਹਾਰਿਆ। ਉਸ 'ਚ ਕਾਂਗਰਸ ਨੂੰ ਵੀ ਸਰਪ੍ਰਾਈਜ਼ ਵਿਕਟਰੀ ਮਿਲੀ ਸੀਗੀ। ਕਾਂਗਰਸ ਨੇ ਵੀ ਐਕਸਪੈਕਟ ਨਹੀਂ ਸੀ ਕੀਤਾ ਸੀ 70 ਸੀਟਾਂ ਲੈ ਜਾਾਂਗੇ, ਤੇ ਉਹ ਵੋਟਾਂ ਦਾ ਜਿਹੜਾ ਟਿਲਟ ਹੋਇਆ ਸੀਗਾ ਉਹ ਲਾਸਟ ਦੇ 2-3 ਦਿਨਾਂ 'ਚ ਹੋਇਆ ਸੀਗਾ ਕਿ ਜਦੋਂ ਦੇਖਿਆ ਵੀ ਬੀਜੇਪੀ ਨੇ ਦੇਖਿਆ ਜਾਂ ਬਾਕੀ ਪਾਰਟੀਆਂ ਨੇ ਦੇਖਿਆ ਕਿ ਆਪ ਪਾਰਟੀ ਇੱਕ ਮਜ਼ਬੂਤ ਪਾਰਟੀ ਨਿਕਲ ਕੇ ਆ ਰਹੀ ਹੈ, ਤੇ ਉਹਨੂੰ ਡਿਫੀਟ ਕਰਨ ਲਈ ਸਾਰਾ ਦਾ ਸਾਰਾ ਵੋਟ ਅਗਲਿਆਂ ਨੇ ਡਿਸਾਈਡ ਕੀਤਾ ਕਿ ਜੇ ਅਸੀਂ ਨਹੀਂ ਆ ਸਕਦੇ ਤੇ ਉਹ ਸਾਰਾ ਕਾਂਗਰਸ ਨੂੰ ਚਲਾ ਜਾਏ। ਤਾਂ ਇਹ ਸਾਰਾ ਜਿਹੜਾ ਗਣਿਤ ਬਣਿਆ ਸੀਗਾ ਅਖੀਰਲੇ 3-4 ਦਿਨਾਂ 2017 'ਚ, ਉਹਦੇ ਕਰਕੇ ਕਾਂਗਰਸ ਨੂੰ ਬਹੁਤ ਵੱਡੀ ਵਿਕਟਰੀ ਮਿਲੀ ਸੀਗੀ, ਤੇ ਉਹਦੇ ਕਰਕੇ ਇੱਕ ਨਵਾਂ ਸਾਇਲੈਂਟ ਜਿਹਾ ਜਿਹਨੂੰ ਕਹਿੰਦੇ ਨਾ ਨੈਰੇਟਿਵ ਬਣਿਆ। ਤੇ ਇਹਨਾਂ ਚੋਣਾਂ 'ਚ ਜਿਹੜੀਆਂ ਹੁਣ ਹੋ ਕੇ ਹਟੀਆਂ, ਇਹਨਾਂ ਚੋਣਾਂ 'ਚ ਵੀ ਕੋਈ ਗਣਿਤ ਚੇਂਜ ਹੋਇਆ 2-3 ਦਿਨ 'ਚ, ਜਿਹੜਾ ਇਹ ਲੱਗਦਾ ਹੁੰਦਾ ਕਿ ਕੋਈ ਵੱਡੀ ਘਟਨਾ ਵਾਪਰ ਗਈ, ਵੱਡਾ ਬਿਆਨ ਆ ਗਿਆ, ਕਿਸ ਤਰ੍ਹਾਂ ਦਾ ਹੋਇਆ? ਡੈਫੀਨੇਟਲੀ ਹੋਇਆ। ਲਾਸਟ 2-3 ਦਿਨਾਂ 'ਚ ਨੈਰੇਟਿਵ ਬਦਲਿਆ। ਨੈਰੇਟਿਵ ਇਸ ਤਰ੍ਹਾਂ ਬਦਲਿਆ ਕਿ ਇੱਕ ਤੇ ਡੇਰਿਆਂ ਦਾ ਜਿਹੜਾ ਰੋਲ ਹੈ ਉਹ ਬੜਾ ਸਾਇਲੈਂਟ ਸੀਗਾ, ਜਿਹੜੇ ਚੁੱਪ ਸੀਗਾ, ਉਹ ਅਖੀਰਲੇ 2-3 ਦਿਨਾਂ 'ਚ ਹੀ ਉੱਭਰ ਕੇ ਨਿਕਲਿਆ। ਤੇ ਚਾਹੇ ਅਸੀਂ ਇਹ ਮੰਨ ਕੇ ਚੱਲ ਲਈਏ ਕਿ ਕਿਸੇ ਡੇਰੇ ਨੇ ਪਬਲਿਕਲੀ ਅਨਾਉਂਸ ਨਹੀਂ ਕੀਤਾ ਕਿੱਥੇ ਜਾ ਰਹੇ ਹਾਂ ਅਸੀਂ, ਕਿੱਥੇ ਨਹੀਂ ਜਾ ਰਹੇ, ਲੇਕਿਨ ਜੋ ਬਾਅਦ 'ਚ ਵੋਟਿੰਗ ਤੋਂ ਬਾਅਦ ਸਮਝ ਆਇਆ ਉਹ ਸਾਰਾ ਇਹ ਆਇਆ ਕਿ ਡੇਰਿਆਂ ਨੇ ਵੀ ਐਤਕੀ ਕਿਤੇ ਨਾ ਕਿਤੇ ਸਾਇਲੈਂਟਲੀ ਬੀਜੇਪੀ ਨੂੰ ਜਾਂ ਅਕਾਲੀ ਦਲ ਨੂੰ ਸਪੋਰਟ ਕੀਤੀ ਹੈ। ਲੇਕਿਨ ਕਈ ਡੇਰੇ ਐਸੇ ਨੇ, ਮੋਸਟਲੀ ਅਸੀਂ ਜਿਹੜੇ ਪੰਜਾਬ ਦੇ ਡੇਰੇ ਦੇਖਦੇ ਹਾਂ ਨਾ, ਮਤਲਬ ਸਾਡੇ ਪੰਜਾਬ 'ਚ ਇਸ ਵੇਲੇ 112 ਜਾਂ 13 ਡੇਰੇ ਨੇ ਟੋਟਲ, ਉਹਨਾਂ 'ਚੋਂ 67-68 ਬੜੇ ਐਕਟਿਵ ਨੇ ਜਿਨ੍ਹਾਂ ਦੇ ਨਾਲ 5 ਤੋਂ 10 ਲੱਖ ਮਤਲਬ ਡਿਵੋਟੀਜ਼ ਹੈਗੇ ਨੇ। ਲੇਕਿਨ 11-12 ਡੇਰੇ ਐਸੇ ਨੇ ਜਿਹੜੇ ਕਿ VOTING ਪੈਟਰਨ ਕਿਤੇ ਨਾ ਕਿਤੇ ਇਨਫਲੂਐਂਸ ਕਰਦੇ ਨੇ, ਭਾਵੇਂ ਉਹ ਗੁਰੂ ਰਾਮ ਰਹੀਮ ਦਾ ਹੋਵੇ ਜਾਂ ਡੇਰਾ ਬਿਆਸ ਹੋਣ ਜਾਂ ਇਸ ਤਰ੍ਹਾਂ ਦੇ। ਪਰ ਜ਼ਿਆਦਾ ਲੋਕਾਂ ਦੀ ਮੈਂ ਆਪਣੀ ਗੱਲ ਪੂਰੀ ਕਰ ਲਾਂ, ਗੱਲ ਤੇ ਪੂਰੀ ਕਰ ਲਾਂ। ਤੁਸੀਂ ਗੱਲ ਕਰ ਲਈ ਡੇਰਿਆਂ, ਮੈਂ ਕਹਿ ਰਿਹਾ ਵੀ ਡੇਰਿਆਂ ਦਾ ਜਿਹੜਾ ਰੋਲ ਹੈ, ਤੁਸੀਂ ਡੇਰਿਆਂ ਨਾ ਕਹੋ, ਤੁਸੀਂ ਮੈਨੂੰ ਲੱਗਦਾ ਡੇਰਾ ਕਹਿਣਾ ਚਾਹੀਦਾ, ਕਿਉਂਕਿ ਰਾਮ ਰਹੀਮ ਪੈਰੋਲ ਤੇ ਬਾਹਰ ਆ ਗਿਆ। ਬੀਜੇਪੀ ਨੂੰ ਸੀ ਕਿ ਜਿਹੜੀ ਵੋਟ ਹੈ ਸਰਸਾ ਡੇਰੇ ਦੀ ਖਿੱਚੀ ਜਾਏਗੀ। ਮੈਨੂੰ ਲੱਗਦਾ ਕਿ ਉਹਦਾ ਮਾੜਾ ਮੋਟਾ ਸਿੱਧਾ ਅਸਰ ਪਏਗਾ। ਪਹਿਲਾਂ ਜਿਹੜੇ ਡੇਰਿਆਂ ਨਾਲ ਤਾਂ ਸੈਟਿੰਗ ਹੋ ਚੁੱਕੀ ਸੀ। ਆਪਾਂ ਗੱਲ ਇਹ ਕਰ ਰਹੇ ਸੀਗੇ ਕਿ ਅਖੀਰਲੇ 3 ਦਿਨਾਂ 'ਚ ਕੀ ਫੈਕਟਰ ਹੋ ਸਕਦੇ ਨੇ, ਆਪਾਂ ਉਹ ਗੱਲ ਕਰ ਰਹੇ ਸੀ। ਆਪਾਂ ਉਸੇ ਗੱਲ ਤੇ ਰਹੀਏ ਨਾ। ਪਹਿਲਾਂ ਡੇਰਿਆਂ ਦਾ ਕਿੰਨਾ ਰੋਲ ਰਿਹਾ ਉਹਦੇ ਤੇ ਇੱਕ ਅਲੱਗ ਆਪਾਂ ਦੁਬਾਰਾ ਮਤਲਬ ਇਸੇ 'ਚ ਹੀ ਦੁਬਾਰਾ ਅੱਗੇ ਕਰ ਸਕਦੇ ਹਾਂ ਗੱਲ। ਦੂਜਾ ਜਿਹੜਾ ਫੈਕਟਰ ਰਿਹਾ ਹੈਗਾ ਜੋ ਮੈਨੂੰ ਲੱਗਦਾ ਹੈ ਕਿ ਇੱਕ ਮੈਸੇਜ ਗਿਆ ਕਿਤੇ ਨਾ ਕਿਤੇ, ਉਹ ਸੱਚਾ ਸੀ ਝੂਠਾ ਸੀ। ਜਿੱਦਾਂ ਉਹ ਕੁਮਾਰ ਵਿਸ਼ਵਾਸ ਨੇ ਇੱਕ ਆਪਣੀ ਟੇਪ ਜੀ ਰਿਲੀਜ਼ ਕਰਤੀ, ਤੇ ਉਹ 2017 ਦਾ ਇਲੈਕਸ਼ਨ ਕਿਤੇ ਨਾ ਕਿਤੇ ਦਿਮਾਗ 'ਚ ਕਿਸੇ ਦੇ ਫਸਿਆ ਹੋਏਗਾ, ਕਿਉਂਕਿ ਉਸ ਇਲੈਕਸ਼ਨ 'ਚ ਜਿਹੜਾ 2017 ਦਾ ਕੈਂਪੇਨ ਸੀਗਾ ਉਹਦੇ 'ਚ ਅਰਵਿੰਦ ਕੇਜਰੀਵਾਲ ਹੋਣਾ ਨੇ ਕਈ ਜਗ੍ਹਾ ਜਾ ਕੇ ਇੱਦਾਂ ਦੀ ਜਗ੍ਹਾ ਤੇ ਡੇਰੇ ਲਾਏ ਸੀਗੇ, ਕਈ ਜਗ੍ਹਾ ਤੋਂ ਹੈਲਪ ਵੀ ਲਈ ਸੀਗੀ, ਕਈ ਜਗ੍ਹਾ ਤੋਂ ਬੰਦੇ ਵੀ ਨਾਲ ਜੋੜੇ ਸੀਗੇ। ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿੰਨਾ ਫੋਰਨ ਤੋਂ ਵੀ ਕੈਨੇਡਾ ਦੇ NRIs ਨੇ ਕਿੰਨਾ ਉਸ 'ਚ ਕੰਟਰੀਬਿਊਟ ਕੀਤਾ ਸੀਗਾ। ਤੇ ਉਹ ਸਾਰਾ ਇੱਕ ਨੈਰੇਟਿਵ 2017 ਵਾਲਾ ਸ਼ਾਇਦ ਮੈਂ ਪੱਕਾ ਨਹੀਂ ਕਹਿ ਰਿਹਾ, ਸ਼ਾਇਦ ਕਿਤੇ ਨਾ ਕਿਤੇ ਇਟ ਸਟਰਡ ਦ ਲਾਸਟ ਫਿਊ ਡੇਜ਼ ਐਂਡ ਇਟ ਮਾਈਟ ਹੈਵ ਇਨਫਲੂਐਂਸਡ ਦ ਵੋਟਰ। ਤੇ ਇੱਦਾਂ ਦੇ 2-3 ਫੈਕਟਰ ਨੇ ਜੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਅਖੀਰਲੇ ਦਿਨਾਂ 'ਚ ਆ ਕੇ ਕਿਤੇ ਨਾ ਕਿਤੇ ਆਪਣਾ ਅਸਰ ਦਿਖਾਇਆ ਹੈ। ਵੋਟਰ ਬਾਹਰ ਵੀ ਨਹੀਂ ਆਇਆ, ਵੋਟਰ ਤੋਂ ਕੁਝ VOTING ਪਰਸੈਂਟੇਜ ਤੋਂ ਬਿਲਕੁਲ ਨਹੀਂ ਲੱਗ ਰਿਹਾ ਕਿ ਸਟੇਟ ਦੇ ਅੰਦਰ ਕੋਈ ਹਜੂਮ ਚੱਲ ਰਿਹਾ ਸੀਗਾ, ਇੱਕ ਵੇਵ ਚੱਲ ਰਹੀ ਸੀ, ਜਾਂ ਇੱਕ ਥਾਟ ਨੂੰ ਲੈ ਕੇ ਅਸੀਂ ਸਟੇਟ 'ਚ ਬਦਲਾਅ ਚਾਹ ਰਹੇ ਸੀ। ਜਿਹੜਾ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਐਗਰੀ ਕਰਦਾ। ਮੈਂ ਵੀ ਜਦੋਂ ਪਿੰਡਾਂ 'ਚ ਗਿਆ ਤੇ ਮੈਂ ਵੀ ਇੱਦਾਂ ਦਾ ਹੀ ਨੈਰੇਟਿਵ ਮੈਂ ਦੇਖਿਆ ਕਿ ਲੋਕੀ ਕਹਿੰਦੇ ਬਦਲਾਅ, ਕੈਂਡੀਡੇਟ ਵੀ ਨਹੀਂ ਦੇਖਦੇ, ਪਰ ਇੱਕ ਆਪਾਂ ਜਿਹੜੀ ਇਲੈਕਸ਼ਨ ਮੈਨੇਜਮੈਂਟ ਦੀ ਗੱਲ ਕਰੀਏ, ਪਹਿਲਾਂ ਇਹ ਲੱਗਦਾ ਸੀ ਕਿ ਸੁਖਬੀਰ ਬਾਦਲ ਨੂੰ ਚੰਗੀ ਮੈਨੇਜਮੈਂਟ ਆਉਂਦੀ ਹੈ, ਇਲੈਕਸ਼ਨ ਮੈਨੇਜਮੈਂਟ ਵਧੀਆ ਕਰ ਲੈਂਦੇ ਆ। ਇਸ ਵਾਰੀ ਇਹ ਨਜ਼ਰ ਆਇਆ ਕਿ ਜਿਹੜੇ ਆਮ ਆਦਮੀ ਪਾਰਟੀ ਸੀ ਉਹਨਾਂ ਨੇ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਹੋਏ, ਕਾਫੀ ਮੀਡੀਆ ਘਰਾਣਿਆਂ ਨੇ ਸਿੱਧੀ ਹੈਲਪ ਕੀਤੀ, ਜਾਂ ਕਹਿ ਲਓ ਕਿ ਉਹਨਾਂ ਨੇ ਇਸ ਗੱਲ ਨੂੰ ਆਪਣੇ ਹੱਥ 'ਚ ਰੱਖਿਆ। ਇਲੈਕਸ਼ਨ ਮੈਨੇਜਮੈਂਟ ਨੂੰ ਸਭ ਤੋਂ ਬੈਟਰ ਉਹਨਾਂ ਦੀ ਮੈਨੇਜਮੈਂਟ ਮੈਨੂੰ ਲੱਗਦਾ ਰਹੀ, ਉਹਦਾ ਵੀ ਅਸਰ ਹੋ ਸਕਦਾ ਉਹਨਾਂ ਦੇ ਵੋਟ ਬੈਂਕ 'ਤੇ ਪਵੇ। ਮੀਡੀਆ ਦਾ VOTING ਨਾਲ ਕਿੰਨਾ ਕੁ ਫਰਕ ਪੈਂਦਾ ਹੈ ਇਹ ਤੇ ਮੈਂ ਕੋਈ ਬਹੁਤ ਐਗਰੀ ਨਹੀਂ ਕਰਦਾ ਤੁਹਾਡੇ ਨਾਲ। ਮੀਡੀਆ ਦੇ ਇਨਫਲੂਐਂਸ 'ਚ ਆ ਕੇ ਵੋਟਰ ਤੇ ਕਿੰਨਾ ਇਨਫਲੂਐਂਸ ਪੈਂਦਾ ਹੈ, ਇਹ ਮੈਨੂੰ ਲੱਗਦਾ ਹੈ ਬਹੁਤ ਵੱਡਾ ਸਵਾਲ ਹੈ। ਇਹਦੇ ਬਾਰੇ ਆਪਾਂ ਸਪਸ਼ਟ ਰੂਪ 'ਚ ਕਦੇ ਵੀ ਕੁਝ ਨਹੀਂ ਕਹਿ ਸਕਦੇ। ਬਿਲਕੁਲ
ਵੋਟਰ ਆਪਣੀ ਜਗ੍ਹਾ ਹੈ, ਪਰ ਮੀਡੀਆ ਇਲੈਕਸ਼ਨ ਆਪਣੀ ਜਗ੍ਹਾ ਮੈਨੇਜਮੈਂਟ ਹੈ। ਤਾਂ ਆਪਾਂ ਕਹਿ ਸਕਦੇ ਹਾਂ ਨਾ, ਇਲੈਕਸ਼ਨ ਮੈਨੇਜਮੈਂਟ ਜਿਹੜੀ ਹੁੰਦੀ ਹੈ ਕਿਵੇਂ ਲੋਕਾਂ ਨੂੰ ਪ੍ਰਭਾਵਿਤ ਕਰਨਾ। ਮੈਨੇਜਮੈਂਟ ਜਿਹੜੀ ਹੈਗੀ ਆ, ਉਹ ਸਾਰੀ ਪਾਰਟੀਆਂ ਨੇ ਆਪਣੀ ਆਪਣੀ क्षमता ਦੇ ਅਨੁਸਾਰ ਆਪਣੀ ਆਪਣੀ ਯੋਗਤਾ ਦੇ ਅਨੁਸਾਰ ਕੀਤੀ ਹੈ। ਬੀਜੇਪੀ ਦੀ ਮੈਨੇਜਮੈਂਟ ਕੋਈ ਘੱਟ ਨਹੀਂ ਰਹੀ, ਹਾਲਾਂਕਿ ਉਹ ਪਰਦੇ 'ਚ ਰਹੀ ਹੈ। ਅਕਾਲੀਆਂ ਨੇ ਵੀ ਮੈਨੇਜਮੈਂਟ ਪੂਰੀ ਕੀਤੀ ਹੈ, ਆਪਣੇ ਤਰੀਕੇ ਨਾਲ ਕੀਤੀ ਹੈ। ਕਾਂਗਰਸ ਦੀ ਮੈਨੇਜਮੈਂਟ, ਮੈਂ ਤੁਹਾਨੂੰ ਫਿਰ ਮਤਲਬ ਆਪਾਂ ਵਾਪਸ ਅੱਗੇ ਕਾਂਗਰਸ 'ਤੇ ਆਈਏ, ਉਹਨਾਂ ਦੀ ਮੈਨੇਜਮੈਂਟ ਜ਼ਰੂਰ ਲੌਪਸਾਈਡਡ ਰਹੀ ਹੈ, ਕਿਉਂਕਿ ਉਹ ਫੋਕਸ ਨਹੀਂ ਸੀਗੀ। ਇੱਕ ਤੇ ਪਹਿਲਾਂ ਡਿਸਟ੍ਰੀਬਿਊਸ਼ਨ ਆਫ ਟਿਕਟ ਤੋਂ ਰੌਲਾ ਪੈਣਾ ਸ਼ੁਰੂ ਹੋ ਗਿਆ, ਫਿਰ ਕਾਂਗਰਸ ਦੇ ਅੰਦਰ ਧਿਰਾਂ ਬਹੁਤ ਬਣ ਗਈਆਂ, ਫਿਰ ਕਾਂਗਰਸ ਜਿਹੜੀ ਸੀ ਨਾ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਕੋਹੇਸਿਵ ਗਰੁੱਪ ਦੀ ਤਰ੍ਹਾਂ ਨਹੀਂ ਨਜ਼ਰ ਆਈ ਕਿਤੇ। ਅੱਛਾ, ਕਾਂਗਰਸ ਕੋਲ ਇਸ਼ੂ ਵੀ ਨਹੀਂ ਅੱਗੇ ਆਏ। ਹੁਣ ਜੇ ਅਸੀਂ ਕਹਿੰਦੇ ਆ ਵੀ ਕਾਂਗਰਸ ਨੇ ਨਵਾਂ ਮਾਡਲ ਦੇਣਾ ਹੈ, ਤੇ ਸਵਾਲ ਮੇਰੇ ਅੰਦਰ ਤੁਹਾਡੇ ਅੰਦਰ ਐਜ਼ ਏ ਵੋਟਰ ਇਹੀ ਆਉਂਦਾ ਸਿੰਪਲ, ਕਿ ਜਿਹੜਾ ਨਵਾਂ ਮਾਡਲ ਤੁਸੀਂ 5 ਸਾਲ ਨਹੀਂ ਦੇ ਸਕੇ, ਹੁਣ ਕਿਹੜਾ ਨਵਾਂ ਮਾਡਲ ਲਿਆਓਗੇ ਤੇ ਉਸ ਮਾਡਲ 'ਚ ਕੀ ਹੋਏਗਾ? ਇਹਦਾ ਮਤਲਬ ਤੁਸੀਂ 5 ਸਾਲ ਉਹ ਮਾਡਲ ਨਹੀਂ ਲਿਆ ਸਕੇ ਤੇ ਹੁਣ ਨਵਾਂ ਮਾਡਲ ਲਿਆਓਗੇ। ਮਾਡਲ ਨਵੇਂ 'ਚ ਵੀ ਕੋਈ ਨਵੀਂ ਗੱਲ ਨਹੀਂ ਹੈਗੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਇਸ ਵੇਲੇ ਗ੍ਰਸਤ ਹੈ, ਪੰਜਾਬ ਇਸ ਵੇਲੇ ਦੁਖੀ ਹੈ। ਪੰਜਾਬ ਦਾ ਫਾਰਮਰ ਦੁਖੀ ਹੈ, ਪੰਜਾਬ ਦਾ ਇੰਡਸਟਰੀਅਲਿਸਟ ਦੁਖੀ ਹੈ, ਪੰਜਾਬ ਦੇ ਬੱਚੇ ਦੁਖੀ ਨੇ ਜਿਹੜੇ ਬਾਹਰ ਫੋਰਨ ਬਾਰਡਰ ਫੋਰਨ ਕੰਟਰੀ 'ਚ ਜਾਂਦੇ ਨੇ ਪੜ੍ਹਾਈ ਕਰਨ ਲਈ, ਨੌਕਰੀਆਂ ਕਰਨ ਲਈ। ਪੰਜਾਬ ਦਾ ਸਾਰਾ ਜਿਹੜਾ ਪੰਜਾਬ ਹੈ ਉਸ ਵੇਲੇ ਕਹਿੰਦੇ ਪੰਜਾਬ ਆਹ ਭਰ ਰਿਹਾ। ਬਿਲਕੁਲ। ਇੱਕ ਆਪਾਂ ਹੋਰ ਪੱਖ ਲੈ ਲਈਏ, ਹੁਣ ਲਾਸਟ ਦੇ ਵਿੱਚ ਮਾਝੇ ਤੇ ਦੁਆਬੇ ਵਿੱਚ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦਾ ਉਹਨਾਂ ਆਧਾਰ ਨਹੀਂ ਬਣਨਾ। ਤੁਸੀਂ ਉਸ ਇਲਾਕੇ ਦੇ ਜੰਪਲ ਵੀ ਹੋ, ਕੀ ਨਜ਼ਰ ਆਉਂਦਾ ਕਿ ਬਾਕੀ ਆਪਣਾ ਬੇਸ ਆਪ ਨੇ ਬਣਾ ਲਿਆ ਸੀਗਾ? ਕਿਉਂਕਿ ਅਕਾਲੀਆਂ ਦਾ ਕਾਫੀ ਬੇਸ ਸੀਗਾ, ਕਾਂਗਰਸ ਦਾ ਵੀ ਪੂਰਾ ਸੀਗਾ, ਲੋੜ ਆਪ ਨੂੰ ਸੀਗੀ। ਆਮ ਆਦਮੀ ਪਾਰਟੀ ਦਾ ਬੇਸ ਉਹ ਵੀ ਨਿਰਭਰ ਕਰੇਗਾ ਪੰਜਾਬ ਦੀ ਜਿੱਤ ਨੂੰ ਲੈ ਕੇ। ਜੇਕਰ 20-25 ਸੀਟਾਂ ਦੁਆਬੇ 'ਚੋਂ ਲੈ ਜਾਂਦੀ ਆ, ਮਾਝੇ 'ਚੋਂ ਲੈ ਜਾਂਦੀ ਆ ਆਮ ਆਦਮੀ ਪਾਰਟੀ, ਤਾਂ ਸਰਕਾਰ ਵੱਟ ਤੇ ਆ। ਤੁਹਾਨੂੰ ਕੀ ਨਜ਼ਰ ਆਉਂਦਾ ਇਸ ਵਾਰ? ਵੱਟ ਤੇ ਮੈਨੂੰ ਨਹੀਂ ਪਤਾ ਕੌਣ ਹੈਗਾ ਕੌਣ ਨਹੀਂ ਹੈਗਾ, ਲੇਕਿਨ ਇਹ ਗੱਲ ਹੈ ਵੀ ਆਮ ਆਦਮੀ ਪਾਰਟੀ ਨੇ ਕਾਫੀ ਮਿਹਨਤ ਕੀਤੀ ਹੈ। ਉਹਨਾਂ ਨੇ ਗ੍ਰਾਸ ਰੂਟ ਲੈਵਲ ਤੋਂ ਬੰਦੇ ਜਿਹੜੇ ਕੱਢੇ ਨੇ, ਹਾਂਜੀ, ਉਹ ਅੱਛੇ ਚਿਹਰੇ, ਅੱਛੇ ਨਹੀਂ ਮਤਲਬ ਨਵੇਂ ਚਿਹਰੇ ਨੇ ਉਸ ਇਲਾਕੇ ਦੇ। ਜਿਸ ਤਰ੍ਹਾਂ ਫੋਰ ਐਗਜ਼ਾਮਪਲ ਮੈਂ ਗੁਰਦਾਸਪੁਰ ਦਾ ਦੱਸਾਂ ਤੁਹਾਨੂੰ, ਰਮਨ ਬੈਲ ਉਹਨਾਂ ਨੂੰ ਲੈ ਲਿਆ। ਹਾਲਾਂਕਿ ਉਹ ਕਾਂਗਰਸ ਦੇ ਬੜੇ ਮਤਲਬ ਪੁਸ਼ਤੈਨੀ ਕਾਂਗਰਸ ਪਰਿਵਾਰ ਸੀਗਾ ਸਾਰਾ। ਤੋ ਇਦਾਂ ਦੇ ਜਿਹੜੇ ਸਿਲੈਕਸ਼ਨ ਕੀਤੀ ਹੈ ਕੈਂਡੀਡੇਟ ਸੀ, ਉਹ ਥੋੜੀ ਜੀ ਮਤਲਬ ਮੈਨੂੰ ਲੱਗਦਾ ਵੀ ਹਾਂ ਠੀਕ। ਪਰ ਮੈਂ ਇਹ ਨਹੀਂ ਕਹਿੰਦਾ ਵੀ 2017 'ਚ ਉਹਨਾਂ ਨੇ ਠੀਕ ਨਹੀਂ ਕੀਤੀ ਹੋਏਗੀ। ਓਕੇ, ਉਸ ਹਿਸਾਬ ਨਾਲ ਉਹਨਾਂ ਨੇ ਉਦੋਂ ਵੀ ਠੀਕ ਕੀਤੀ ਹੋਏਗੀ। ਆਈ ਥਿੰਕ ਉਹ ਰਿਜ਼ਲਟ ਹੀ ਤੁਹਾਨੂੰ ਦੱਸੇਗਾ ਵੀ ਕਿਹੜੀ ਪਾਰਟੀ ਸਿਆਣੀ ਸੀ, ਕਿਹੜੀ ਨਿਆਣੀ ਸੀ ਤੇ ਕਿਹੜੀ ਕਿੱਥੇ ਖੜੀ। ਸੋ ਦੇਖਦੇ ਹਾਂ ਹਾਲ ਦੀ ਘੜੀ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਲੀਡਰਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਬਣੀਆਂ ਹੋਈਆਂ ਨੇ। ਆਮ ਲੋਕਾਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਕਿਹਦੀ ਸਰਕਾਰ ਬਣੇਗੀ। ਪਰ ਜਿਹੜੀ ਅੰਦਰ ਖਾਤੇ ਜਿਹੜੀ ਗੱਲ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਹੱਥ ਉੱਤੇ ਰਹੇਗਾ। ਉਹ ਹੱਥ ਕਿੰਨਾ ਕੁ ਉੱਤੇ ਰਹੇਗਾ ਉਹ ਤਾਂ 10 ਤਰੀਕ ਨੂੰ ਹੀ ਪਤਾ ਲੱਗੇਗਾ। ਪਰ ਚਰਚਾ ਹਰ ਪਾਸੇ ਇਹੋ ਹੈ ਕਿ ਦੇਖਦੇ ਹਾਂ ਸਰਕਾਰ ਕਿਹਦੀ ਬਣੇਗੀ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।